ਸਤਿ ਸ਼੍ਰੀ ਅਕਾਲ ਦੋਸਤੋ, ਵੀ ਆਰ ਬੈਕ ਅਗੇਨ ਵਿਦ ਅ ਸੀਰੀਜ਼ ਆਫ ਵੀਡੀਓਜ਼ ਨਾਓ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਆ ਉਹ ਹੈਗਾ ਕੈਨੇਡਾ PNP ਪ੍ਰੋਗਰਾਮ। ਸੋ ਸਾਡੇ ਕੋਲ ਕਾਫੀ ਕੁਐਰੀਜ਼ ਆ ਰਹੀਆਂ ਸੀ ਲਾਸਟ ਐਕਸਪ੍ਰੈਸ ਐਂਟਰੀ ਦੀ ਵੀਡੀਓ ਤੋਂ ਬਾਅਦ ਕਿ ਸਾਨੂੰ PNP ਬਾਰੇ ਵੀ ਥੋੜਾ ਗਾਈਡ ਕਰੋ। ਸਾਡੇ ਕਲਾਇੰਟਸ ਦੇ ਕਾਲਸ ਆ ਰਹੇ ਸੀਗੇ, ਮੈਸੇजेस ਆ ਰਹੇ ਸੀਗੇ। ਸੋ ਵੀ ਆਰ ਬੈਕ ਅਗੇਨ ਵਿਦ ਦੈਟ ਵੀਡੀਓ। ਸੋ ਸਾਡੇ ਨਾਲ ਅਨੁਰਾਗ ਜੀ ਨੇ। ਵੈਲਕਮ ਅਨੁਰਾਗ ਜੀ। ਥੈਂਕ ਯੂ ਭੁਪਿੰਦਰ ਸਰ। ਸੋ ਅਨੁਰਾਗ ਜੀ, ਅਸੀਂ ਥੋੜਾ ਜਾਣਨਾ ਚਾਹੁੰਦੇ ਹਾਂ ਕਿ PNP ਪ੍ਰੋਗਰਾਮ ਕੀ ਹੈ ਤੇ ਇਹਦੀ ਐਲੀਜੀਬਿਲਟੀ ਤੇ ਕਿੰਨੇ ਤਰੀਕੇ ਦੇ PNP ਪ੍ਰੋਗਰਾਮਸ ਨੇ। ਸ਼ੋਰ ਭੁਪਿੰਦਰ ਸਰ। ਸੋ ਜਿਵੇਂ ਆਪਾਂ ਆਪਣੀ ਪਿਛਲੀ ਐਕਸਪ੍ਰੈਸ ਐਂਟਰੀ ਦੀ ਵੀਡੀਓ ਦੇ ਅੰਦਰ ਰეკਮੈਂਡ ਸੁਜੈਸਟ ਕੀਤਾ ਸੀਗਾ ਕਿ ਇੱਕ ਪਾਥਵੇ ਜਿਹੜਾ ਹੁੰਦਾ ਹੈ ਐਕਸਪ੍ਰੈਸ ਐਂਟਰੀ ਨੂੰ ਕੁਆਲੀਫਾਈ ਕਰਨ ਲਈ, ਠੀਕ ਹੈ, ਉਹ PNP ਵੀ ਹੁੰਦਾ ਹੈ। ਲੈਟਸ ਸੇ ਕਿ ਤੁਹਾਡੇ ਆਈਲੈਟਸ ਦੇ ਸਕੋਰ ਉਹਨੇ ਨਹੀਂ ਆ ਰਹੇ ਹੈ, ਪਰ ਤੁਹਾਡੀ ਆਕੂਪੇਸ਼ਨ ਜਿਹੜੀ ਹੈਗੀ ਹੈ ਉਹ ਕੈਨੇਡਾ ਦੀ ਕਿਸੇ ਪ੍ਰੋਵਿੰਸ ਵਾਸਤੇ ਇਨ ਡਿਮਾਂਡ ਚੱਲ ਰਹੀ ਹੈ, ਠੀਕ ਹੈ। ਸੋ ਦੇਰ ਇਜ਼ ਅ ਗੁੱਡ ਚਾਂਸ ਕਿ ਤੁਸੀਂ ਇੱਕ PNP ਦੇ ਪ੍ਰੋਗਰਾਮ ਦੇ ਅੰਦਰ ਕੁਆਲੀਫਾਈ ਕਰਕੇ ਉਧਰੋਂ ਦੀ PR ਆਬਟੇਨ ਕਰ ਸਕਦੇ ਹੋ, ਠੀਕ ਹੈ। ਸੋ PNP ਐਗਜ਼ੈਕਟਲੀ ਹੁੰਦਾ ਕੀ ਹੈ? ਦਿਸ ਇਜ਼ ਅ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ। ਇਹ ਇੱਕ ਤਰੀਕੇ ਦਾ ਨਾ ਪਾਥਵੇ ਹੁੰਦਾ ਹੈ, ਜਾਂ ਕਹਿ ਲਓ ਕਿ ਐਂਟਰੀ ਗੇਟਵੇ ਹੁੰਦਾ ਹੈ ਐਕਸਪ੍ਰੈਸ ਐਂਟਰੀ ਦੇ ਪੂਲ ਦੇ ਵਿੱਚ ਜਾਣ ਦਾ, ਠੀਕ ਹੈ। ਜੇ ਤੁਹਾਨੂੰ ਕੋਈ ਪ੍ਰੋਵਿੰਸ ਆਪਣੀ ਡਿਮਾਂਡ ਦੇ ਅਕੋਰਡਿੰਗ ਜੌਬ ਆਫਰ ਵਗੈਰਾ ਦੇ ਦਿੰਦੀ ਹੈ, ਜਾਂ ਫਿਰ ਤੁਹਾਨੂੰ ਬਾਕੀ ਕ੍ਰਾਈਟੇਰੀਆ ਮੀਟ ਕਰਨ ਤੇ ਇੱਕ ਨੋਮੀਨੇਸ਼ਨ ਸਰਟੀਫਿਕੇਟ ਦੇ ਦਿੰਦੀ ਹੈ, ਉਸ ਨੋਮੀਨੇਸ਼ਨ ਸਰਟੀਫਿਕੇਟ ਦੇ ਨਾਲ ਨਾਟ ਓਨਲੀ ਕਿ ਤੁਸੀਂ ਐਕਸਪ੍ਰੈਸ ਐਂਟਰੀ ਪੂਲ ਦੇ ਅੰਦਰ ਐਂਟਰ ਹੋ ਜਾਂਦੇ ਹੋ, ਪਲੱਸ ਤੁਹਾਨੂੰ ਇੱਕ ਐਡੀਸ਼ਨਲ 600 ਪੁਆਇੰਟਸ ਵੀ ਮਿਲ ਜਾਂਦੇ ਆ, ਜਿਹਦੇ ਨਾਲ ਕਿ ਤੁਹਾਡੀ PR ਜਿਹੜੀ ਹੈ ਆਲਮੋਸਟ ਤੁਸੀਂ ਕਹਿ ਲਓ ਕਿ ਹਾਂ ਵੀ ਅਸ਼ੋਰਡ ਹੋ ਜਾਂਦੀ ਹੈ, ਠੀਕ ਹੈ। ਸੋ ਦੈਟ ਇਜ਼ ਦ PNP। ਓਵਰਆਲ ਹਰ ਪ੍ਰੋਵਿੰਸ ਦੇ ਜਿਹੜੇ ਹੈਗੇ ਆਪਣੇ ਖੁਦ ਦੇ PNP ਪ੍ਰੋਗਰਾਮਸ ਨੇ। ਸੋ ਜੇਕਰ ਮੈਂ ਗੱਲ ਕਰਾਂ ਤਾਂ ਇਨ ਟੋਟਲ ਰਫਲੀ 70 to 80 ਪ੍ਰੋਗਰਾਮਸ ਜਿਹੜੇ ਹੈਗੇ ਨੇ ਹਰ ਪ੍ਰੋਵਿੰਸਸ ਦੇ ਮਿਲਾ ਕੇ ਟੋਟਲ ਹੋਣਗੇ, ਠੀਕ ਹੈ। ਸੋ ਕੁਝ ਪ੍ਰੋਵਿੰਸਸ ਜਿਹੜੀ ਹੈਗੇ ਆਪਣੀ ਸਕਿਲਡ ਮਾਰਕੀਟ ਦੇ ਜਿਹੜੀ ਹੈਗੇ ਲੇਬਰ ਗੈਪ ਨੂੰ ਫਿਲਫਿਲ ਕਰਨ ਵਾਸਤੇ ਹੁੰਦੀਆਂ ਹੈ। ਕੁਝ ਤਾਂ ਕ੍ਰਾਈਟੇਰੀਆ ਹੁੰਦਾ ਕਿ ਤੁਹਾਡਾ ਕਨੈਕਸ਼ਨ ਕਿੱਦਾਂ ਦਾ ਹੈ ਉਸ ਪ੍ਰੋਵਿੰਸ ਦੇ ਨਾਲ। ਕੁਝ ਜਿਹੜੇ ਹੈਗੇ ਇਨਵੈਸਟਰਸ ਦੇ ਪਾਥਵੇ ਨੇ, ਠੀਕ ਹੈ। ਸੋ ਆਲ ਥੀਸ ਪਾਥਵੇਜ਼, ਆਲ ਥੀਸ ਪ੍ਰੋਗਰਾਮਸ ਕਲੈਕਟਿਵਲੀ ਦੇ ਆਰ ਲਾਈਕ ਰਫਲੀ 70 to 80 ਪ੍ਰੋਗਰਾਮਸ ਜਿਹੜੇ ਕਿ PNP ਦੇ ਅਵੇਲੇਬਲ ਨੇ। ਆਲਰਾਈਟ। ਸੋ ਰਾਈਟ, ਮਤਲਬ ਕਿ ਜਿਹੜਾ ਬੰਦਾ ਐਕਸਪ੍ਰੈਸ ਐਂਟਰੀ ਕੁਆਲੀਫਾਈ ਨਹੀਂ ਕਰਦਾ ਜਾਂ ਉਹਦੇ ਆਇਲਸ ਬੈਂਡਸ ਘੱਟ ਨਹੀਂ, ਦੈਨ ਉਹ PNP ਪ੍ਰੋਗਰਾਮ ਲਈ ਈਜ਼ੀਲੀ ਅਪਲਾਈ ਕਰ ਸਕਦਾ। ਯੈਸ, ਪਰ ਦੇਖੋ ਇਹ PNP ਪ੍ਰੋਗਰਾਮ ਜਿਹੜੇ ਨੇ ਉਹ ਥੋੜੇ ਜਿਹੇ ਕ੍ਰਿਟੀਕਲ ਹੁੰਦੇ ਨੇ, ਥੋੜੇ ਜਿਹੇ ਕਹਿ ਲਓ ਕਿ ਹਾਂ ਵੀ ਇੰਨੇ ਲੀਨੀਅੰਟ ਨਹੀਂ ਹੁੰਦੇ। ਇਹਨਾਂ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਕਾਫੀ ਹਾਈ ਹੁੰਦਾ, ਬਿਕੋਜ਼ ਐਜ਼ ਯੂ ਕੈਨ ਈਜ਼ੀਲੀ ਅੰਡਰਸਟੈਂਡ ਕਿ 600 ਪੁਆਇੰਟ ਤੁਹਾਡੀ ਪ੍ਰੋਫਾਈਲ ਨੂੰ ਉਹ ਦੇ ਰਹੇ ਹੈ। ਜੇ ਡਰਾਜ਼ ਹੀ ਹਲੇ ਐਕਸਪ੍ਰੈਸ ਐਂਟਰੀ ਦੇ 470 ਤੱਕ ਦੇ ਜਾ ਰਹੇ ਹੈ, ਤੇ ਇੱਕ ਪ੍ਰੋਗਰਾਮ ਜਾਂ ਇੱਕ ਐਲੀਮੈਂਟ ਜਿਹੜਾ ਕਿ ਨੋਮੀਨੇਸ਼ਨ ਸਰਟੀਫਿਕੇਟ ਹੈ ਉਹ ਤੁਹਾਨੂੰ ਖੁਦ ਹੀ ਇੰਨੀ ਵੇਟੇਜ ਦੇ ਦਿੰਦਾ ਕਿ ਤੁਸੀਂ ਉਸ ਇਕੱਲੇ ਇੱਕ ਪੇਪਰ ਦੇ ਬੇਸ ਦੇ ਉੱਤੇ ਤੁਹਾਡੀ PR ਹੋ ਸਕਦੀ ਹੈ, ਠੀਕ ਹੈ। ਸੋ ਇਹਨਾਂ ਦੇ ਪ੍ਰੋਗਰਾਮਸ ਜਿਹੜੇ ਹੈਗੇ ਬੜੇ ਕੰਪਲਿਕੇਟਿਡ ਵੀ ਹੁੰਦੇ ਨੇ, ਬੜੇ ਈਜ਼ੀ ਵੀ ਹੁੰਦੇ ਨੇ। ਸੋ ਵੀ ਹੈਵ ਟੂ ਗੋ ਥਰੂ ਦ ਐਂਟਾਇਰ ਗਾਈਡਲਾਈਨਸ ਜਸਟ ਟੂ ਚੈੱਕ ਕਿ ਹਾਂ ਵੀ ਕਿਵੇਂ ਹੈ। ਫॉर एग्जांपल ਕੁਝ ਪ੍ਰੋਵਿੰਸਸ ਜਿਹੜੀ ਹੈਗੀਆਂ ਉਹ ਨਵੇਂ ਫੰਡਸ ਨੂੰ ਵੀ ਆਨਰ ਕਰ ਦਿੰਦੀਆਂ। ਕੁਝ ਪ੍ਰੋਵਿੰਸਸ ਦਾ ਸਟ੍ਰਿਕਟ ਕ੍ਰਾਈਟੇਰੀਆ ਹੈ ਕਿ ਇਹ 3 ਮਹੀਨੇ ਜਾਂ 6 ਮਹੀਨੇ ਪੁਰਾਣੇ ਇਸ਼ੂ ਹੋਣੇ ਚਾਹੀਦੇ ਫੰਡਸ। ਸੋ ਇਹ ਸਾਰੇ ਫੈਕਟਰਸ ਨੂੰ ਧਿਆਨ ਨਾਲ ਦੇਖਣਾ ਪੈਂਦਾ ਹੈ। ਦੈਨ ਓਨਲੀ ਵੀ ਕੈਨ ਸੁਜੈਸਟ ਸਮਵਨ ਟੂ ਗੋ ਅਹੈਡ ਐਂਡ ਅਪਲਾਈ ਫॉर ਅ PNP। ਸੋ ਦੈਟ ਮੀਨਸ ਆਪਾਂ ਉਹ ਬੰਦੇ ਦੀ ਪ੍ਰੋਫਾਈਲ ਦੇਖਾਂਗੇ, ਉਹਦਾ ਐਕਸਪੀਰੀਅੰਸ ਦੇਖਾਂਗੇ, ਅਕੋਰਡਿੰਗਲੀ ਦੈਨ ਆਪਾਂ ਗਾਈਡ ਕਰ ਸਕਦੇ ਹਾਂ ਕਿ ਕਿਹੜੀ ਪ੍ਰੋਵਿੰਸ ਦੇ ਵਿੱਚ ਅਪਲਾਈ ਕਰਨ ਲਈ ਐਲੀਜੀਬਲ ਹੈਗਾ ਆ, ਚਾਂਸਸ ਬੈਟਰ। ਐਗਜ਼ੈਕਟਲੀ, ਦੈਟਸ ਟਰੂ। ਸੋ ਰਾਜ ਜੀ, ਥੋੜਾ ਜਿਹਾ ਇਹ ਦੱਸੋ ਕਿ ਕਿਹੜੇ ਫੈਕਟਰਸ ਜਿਹੜੇ ਆ ਉਹ ਕੰਸੀਡਰ ਹੁੰਦੇ ਆ ਜਦੋਂ ਆਪਾਂ PNP ਪ੍ਰੋਗਰਾਮ ਦੀ ਅਪਲਾਈ ਕਰਦੇ ਹਾਂ। ਸੋ ਸਰ ਬੇਸਿਕ ਲੌਜਿਕ ਹੈ PNP ਪ੍ਰੋਗਰਾਮਸ ਦਾ ਹੈਗਾ ਕਿ ਉਧਰ ਦੇ ਸਾਰੇ ਪ੍ਰੋਵਿੰਸਸ ਜਿਹੜੀਆਂ ਹੈਗੀਆਂ ਦੇ ਵਾਂਟ ਟੂ ਗੋ ਅਹੈਡ ਐਂਡ ਇਨਕਰੀਜ਼ ਦ ਪੋਪੂਲੇਸ਼ਨ ਤੇ ਲੇਬਰ ਮਾਰਕੀਟ ਫॉर ਥੈਮਸੈਲਵਸ। ਕਿਉਂ? ਇਕਨੋਮੀ ਦੇ ਅੰਦਰ ਉਹ ਐਡ ਆਨ ਕਰਦਾ ਹੈ। ਸੋ ਫਸਟ ਆਫ ਆਲ ਜਿਹੜਾ ਫੈਕਟਰ ਹੈਗਾ ਉਹ ਹੈਗਾ ਕਿ ਜੇ ਤੁਹਾਡੀ ਆਕੂਪੇਸ਼ਨ ਇਨ ਡਿਮਾਂਡ ਹੈ ਕਿ ਨਹੀਂ ਹੈ ਉੱਥੇ, ਠੀਕ ਹੈ। ਜੇ ਤੁਹਾਡੀ ਆਕੂਪੇਸ਼ਨ ਦੇ ਉੱਥੇ ਡਿਮਾਂਡ ਹੈ ਤਾਂ ਹਾਂ ਤੁਹਾਡੇ ਚਾਂਸਸ ਜਿਹੜੇ ਹੈ ਉਹ ਕਾਫੀ ਜ਼ਿਆਦਾ ਵੱਧ ਜਾਂਦੇ ਨੇ PNP ਵਾਸਤੇ ਸਿਲੈਕਟ ਹੋਣ ਵਾਸਤੇ, ਠੀਕ ਹੈ। ਸੈਕੰਡਲੀ ਆ ਜਾਂਦਾ ਤੁਹਾਡੀ ਲੈਂਗੁਏਜ ਰਿਕੁਆਇਰਮੈਂਟਸ, ਤੁਹਾਡੇ ਕਿੱਦਾਂ ਦੇ ਕਨੈਕਸ਼ਨ ਹੈਗੇ ਨੇ ਉਸ ਪ੍ਰੋਵਿੰਸ ਦੇ ਨਾਲ, ਠੀਕ ਹੈ। ਤੁਹਾਡੀ ਐਜੂਕੇਸ਼ਨ ਕੈਸੀ ਹੈ, ਵੈਦਰ ਤੁਸੀਂ ਕੈਨੇਡਾ ਦੇ ਅੰਦਰ ਪੜ੍ਹੇ ਹੋ ਨਹੀਂ ਪੜ੍ਹੇ ਹੋ, ਐਂਡ ਮੋਸਟ ਇੰਪੋਰਟੈਂਟਲੀ ਜੋ ਕਿ ਮੈਕਸਿਮਮ PNPs ਦੇ ਅੰਦਰ ਮਿਨੀਮਮ ਕ੍ਰਾਈਟੇਰੀਆ ਹੈਗਾ ਉਹ ਹੈਗਾ ਜੌਬ ਆਫਰ ਫਰੋਮ ਅ ਲੋਕਲ EMPLOYER ਵਿਦ ਇਨ ਕੈਨੇਡਾ, ਠੀਕ ਹੈ। ਇਹ ਸਾਰੇ ਫੈਕਟਰਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਹਾਡੇ PNP ਦੀ ਨੋਮੀਨੇਸ਼ਨ ਆਣੀ ਕਿੰਨੀ ਅਸ਼ੋਰਡ ਹੋ ਸਕਦੀ ਹੈ। ਆਲਰਾਈਟ। ਸੋ ਬੇਸਿਕਲੀ ਤੁਹਾਡੇ ਅਕੋਰਡਿੰਗ ਟੌਪ 3 ਪ੍ਰੋਵਿੰਸਸ ਜਿਹੜੀਆਂ ਟਾਰਗੇਟ ਕੀਤੀਆਂ ਜਾ ਸਕਦੀਆਂ ਨੇ ਉਹ ਕਿਹੜੀਆਂ ਹੋ ਸਕਦੀਆਂ? ਸੋ ਮੇਰੇ ਅਕੋਰਡਿੰਗ ਜਿਹੜੀ ਹੈਗੀਆਂ ਟੌਪ 3 ਪ੍ਰੋਵਿੰਸਸ ਜਿਹੜੀ ਕਿ PNP ਵਾਸਤੇ ਅਸੀਂ ਰეკਮੈਂਡ ਵੀ ਕਰਦੇ ਹਾਂ ਤੇ ਇਟਸ ਈਜ਼ੀਅਰ ਟੂ ਗੋ ਅਹੈਡ ਐਂਡ ਕੁਆਲੀਫਾਈ ਅੰਡਰ ਦੋਜ਼ ਪ੍ਰੋਵਿੰਸਸ, ਉਹ ਹੈਗੀਆਂ ਨੇ ਅਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਸਸਕੈਚੁਅਨ, ਠੀਕ ਹੈ। ਬਾਕੀ ਸਾਰੇ ਪ੍ਰੋਵਿੰਸਸ ਦੇ ਪ੍ਰੋਗਰਾਮ ਜਿਹੜੇ ਨੇ ਉਹ ਮੋਸਟਲੀ ਜੌਬ ਆਫਰ ਡਿਪੈਂਡੈਂਟ ਨੇ, ਬਟ ਇਹ 3 ਪ੍ਰੋਵਿੰਸਸ ਹੈਗੀਆਂ ਜੋ ਕਿ ਕਿਸੇ ਇੱਕ ਕੈਟਾਗਰੀ ਦੇ ਅੰਦਰ ਬਿਨਾਂ ਜੌਬ ਆਫਰ ਦੇ ਵੀ ਤੁਹਾਨੂੰ ਅਲਾਉ ਕਰ ਸਕਦੀਆਂ PR ਮਿਲਣਾ। ਆਲਰਾਈਟ। ਸੋ ਥੀਸ ਆਰ ਦ ਪ੍ਰੋਵਿੰਸਸ ਜਿਹੜੇ ਈਜ਼ੀਲੀ ਅਸੀਂ ਟਾਰਗੇਟ ਕਰ ਸਕਦੇ ਹਾਂ।
ਹਾਂਜੀ everybody can touch. ਹੈਗੀਆਂ ਹੋਰ ਵੀ ਪ੍ਰੋਵਿੰਸਿਸ ਨੇ, ਉਹਨਾਂ ਸਾਰਿਆਂ ਦੇ ਵੀ ਪ੍ਰੋਗਰਾਮਸ ਡਿਫਰੈਂਟ ਨੇ, ਬਟ ਜਿਵੇਂ ਮੈਂ ਕਿਹਾ ਮੈਕਸਿਮਮ ਪ੍ਰੋਗਰਾਮਸ ਜੇ ਆਪਾਂ ਗੱਲ ਕਰ ਰਹੇ ਹਾਂ 70 to 80 ਪ੍ਰੋਗਰਾਮਸ ਨੇ, ਜਿਸ ਚੋਂ ਆਲਮੋਸਟ ਲਗਾ ਲਓ 10 ਤੋਂ 15 ਪ੍ਰੋਗਰਾਮ ਸਿਰਫ ਇਨਵੈਸਟਰ ਦੇ ਆ। ਜੇ ਆਪਾਂ ਉਹ ਵੀ ਕਰ ਦਈਏ ਤਾਂ ਸਕਿਲਡ ਮਾਈਗ੍ਰੇਸ਼ਨ ਦੇ ਬਾਕੀ ਪ੍ਰੋਗਰਾਮਸ ਦੇ ਅੰਦਰ ਮੈਕਸਿਮਮ ਦੇ ਅੰਦਰ ਤੁਹਾਨੂੰ ਜੌਬ ਆਫਰ ਚਾਹੀਦੀ ਹੈ from a local employer, which is pretty much very difficult to go ahead and get it when you are overseas, not within Canada. All right. ਸੋ ਇਹਦੇ ਲਈ ਮਤਲਬ ਇਸ ਪ੍ਰੋਗਰਾਮ ਲਈ ਬੰਦੇ ਨੂੰ ਔਨਸ਼ੋਰ ਜਾਂ ਆਫਸ਼ੋਰ ਹੈਗਾ ਉਹਦਾ ਕੋਈ ਮੈਟਰ ਨਹੀਂ ਕਰਦਾ, ਚਾਹੇ ਉਹ ਔਨਸ਼ੋਰ ਹੈ ਜਾਂ ਆਫਸ਼ੋਰ ਹੈ, ਦੋਨੋਂ ਜਾਣੇ ਅਪਲਾਈ ਕਰ ਸਕਦੇ। ਹਾਂਜੀ, ਬਟ ਜੇ ਆਪਾਂ ਓਵਰਆਲ ਦੇਖ ਕੇ ਚੱਲੀਏ, ਕਲਾਇੰਟ ਹੂ ਇਜ਼ ਆਲਰੇਡੀ ਇਨ ਕੈਨੇਡਾ, ਉਹਨਾਂ ਵਾਸਤੇ ਜਿਹੜੀ ਅਪਰੋਚ ਹੈਗੀ ਹੈ ਉਹ ਥੋੜੀ ਡਿਫਰੈਂਟ ਹੋ ਜਾਂਦੀ ਹੈ, ਬਿਕੋਜ਼ ਉਹਨਾਂ ਵਾਸਤੇ ਜ਼ਿਆਦਾ ਪ੍ਰੋਗਰਾਮਸ ਹੋ ਜਾਂਦੇ ਕੁਆਲੀਫਾਈਂਗ ਕ੍ਰਾਈਟੇਰੀਆ ਦੇ ਅੰਦਰ ਮੀਟ ਕਰਨ ਨੂੰ। ਠੀਕ ਹੈ, so they have a better chance to go ahead and get a PNP nomination rather than just comparing with an overseas applicant. Alright, because ਉੱਥੇ ਦੇ ਕਲਾਇੰਟਸ ਨੂੰ ਤਾਂ ਐਜੂਕੇਸ਼ਨ ਐਂਡ ਐਕਸਪੀਰੀਅੰਸ ਦੇ ਐਕਸਟਰਾ ਪੁਆਇੰਟਸ ਮਿਲਦੇ ਆ, ਸੋ ਆਬਵੀਅਸਲੀ ਵੇਟੇਜ ਉਹਨਾਂ ਦੀ ਜ਼ਿਆਦਾ ਹੋਵੇ। ਬਿਲਕੁਲ ਸਰ, ਉਹਨਾਂ ਕੋਲ ਕਿਉਂਕਿ ਕੈਨੇਡੀਅਨ ਐਕਸਪੀਰੀਅੰਸ ਗੇਨ ਕਰਨ ਦੀ ਆਪਸ਼ਨ ਹੁੰਦੀ ਹੈ, ਸੋ ਵਿਚ ਆਲਰੇਡੀ ਹੈਜ਼ ਮੋਰ ਵੈਲਿਊ, ਬਿਕਾਜ਼ ਐਟ ਵਨ ਪੁਆਇੰਟ ਆਫ ਟਾਈਮ ਯੂ ਹੈਵ ਆਲਰੇਡੀ ਪ੍ਰੂਵਨ ਕਿ ਹਾਂ ਵੀ ਤੁਸੀਂ ਇਕਨੋਮਿਕ ਫੈਕਟਰ ਜਿਹੜਾ ਹੈਗਾ ਉਸ ਦੇ ਅੰਦਰ ਕੰਟਰੀਬਿਊਟ ਕਰਦੇ ਹੋ ਕੈਨੇਡਾ ਦੇ, ਇਫ ਯੂ ਆਰ ਆਲਰੇਡੀ ਵਰਕਿੰਗ ਓਵਰ ਦੇਅਰ। ਸੋ ਬਹੁਤ ਵੱਡਾ ਇੱਕ ਫੈਕਟਰ ਜੈਸੇ ਕਹਿ ਸਕਦੇ ਹਾਂ ਕਿ ਜੋ ਕਿ ਪੋਜ਼ਿਟਿਵ ਰਿਸਪੌਂਸ ਦਿੰਦਾ ਹੈ ਤੁਹਾਡੀ ਐਪਲੀਕੇਸ਼ਨ ਦੇ ਵਾਸਤੇ। ਓਕੇ, ਸੋ ਇਹਦੇ ਲਈ ਮੇਜਰ ਐਸੈਂਸ਼ੀਅਲ ਫੈਕਟਰਸ ਕਿਹੜੇ ਹੁੰਦੇ ਆ ਜਦੋਂ ਆਪਾਂ ਇੱਕ PNP ਪ੍ਰੋਗਰਾਮ ਲਈ ਅਪਲਾਈ ਕਰਨਾ? ਸੋ ਸਰ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ, ਆਪਾਂ ਪਹਿਲਾਂ ਵੀ ਹੁਣੀ ਗੱਲ ਕਰਕੇ ਹਟੇ ਹਾਂ, ਸੋ ਮੋਸਟ ਇੰਪੋਰਟੈਂਟ ਫੈਕਟਰ ਜਿਹੜਾ ਹੈਗਾ ਜੇ ਅਪਰੂਵਲ ਨੂੰ ਆਪਾਂ ਟਾਰਗੇਟ ਕਰਕੇ ਚੱਲ ਰਹੇ ਹਾਂ, ਉਹ ਹੁੰਦਾ ਹੈ ਤੁਹਾਡੀ ਆਕੂਪੇਸ਼ਨ ਡਿਮਾਂਡ ਦੇ ਅੰਦਰ ਹੈ ਕਿ ਨਹੀਂ ਹੈ। ਠੀਕ ਹੈ, ਜੇ ਤੁਹਾਡੀ ਆਕੂਪੇਸ਼ਨ ਉੱਥੇ ਇਨ ਡਿਮਾਂਡ ਚੱਲ ਰਹੀ ਹੈ, ਕਿ ਫੋਰ ਐਗਜ਼ਾਮਪਲ ਮੈਂ ਜੇ ਤੁਹਾਨੂੰ ਕਹਾਂ ਕਿ ਟਰਕਿੰਗ ਹੋ ਗਈ ਜਾਂ ਲੌਜਿਸਟਿਕਸ ਦੀ ਜਿਹੜੀ ਜੌਬ ਹੋ ਗਈ, ਉਹ ਮੋਸਟਲੀ ਸਾਰੀ ਪ੍ਰੋਵਿੰਸਿਸ ਦੇ ਅੰਦਰ ਜਿਹੜੀ ਹੈਗੀ ਹੈ ਇਨ ਡਿਮਾਂਡ ਚੱਲਦੀ ਹੈ। ਠੀਕ ਹੈ, ਵੀ ਹੈਵ ਆਲਰੇਡੀ ਅਬਜ਼ਰਵਡ ਇਟ ਪਾਸਟ 1 ਸਾਲ ਤੋਂ ਤਾਂ ਆਲਮੋਸਟ ਹਰ ਪ੍ਰੋਵਿੰਸ ਨੇ ਟਰਕਿੰਗ ਦੇ ਜਾਂ ਟਰੱਕ ਡਰਾਈਵਰਸ ਦੇ ਵਾਸਤੇ ਜਿਹੜੇ ਹੈਗੇ ਆ ਸਪੈਸੀਫਿਕ ਪ੍ਰੋਗਰਾਮਸ ਜਿਹੜੇ PNP ਵਾਸਤੇ ਕੱਢੇ ਹੋਏ ਸੀਗੇ, ਤੇ ਹਲੇ ਵੀ ਉਹ ਕੁਝ ਕੰਟੀਨਿਊ ਹੋ ਰਹੇ ਹਨ, ਕੁਝ ਰਿਵਾਈਜ਼ ਹੋ ਚੁੱਕੇ ਹਨ, ਬਟ ਯੈਸ ਵੀ ਹੈਵ ਸੀਨ ਦੈਟ ਦਿਸ ਕਾਈਂਡ ਆਫ ਆਕੂਪੇਸ਼ਨ ਇਜ਼ ਇਨ ਡਿਮਾਂਡ ਓਵਰਆਲ ਇਨ ਕੈਨੇਡਾ। ਠੀਕ ਹੈ, ਸੋ ਅਗੇਨ ਉਸੀ ਤਰੀਕੇ ਤੋਂ ਜਿਵੇਂ ਮੈਨੇਜਰਸ ਹੋ ਗਏ, ਸਕਿਲ ਟ੍ਰੇਡ ਪਰਸਨ ਹੋ ਗਏ, ਟੂਰਿਜ਼ਮ ਇੰਡਸਟਰੀ ਹੋ ਗਈ, ਹੌਸਪਿਟੈਲਿਟੀ ਹੋ ਗਈ, ਇਹ ਸਾਰੀ ਇੰਡਸਟਰੀਜ਼ ਦੀ ਸਪੈਸੀਫਿਕ ਪ੍ਰੋਵਿੰਸ ਅੰਦਰ ਸਪੈਸੀਫਿਕ ਡਿਮਾਂਡ ਹੈਗੀ ਹੈ, ਜਿਹਨੂੰ ਕਿ ਆਪਾਂ ਇੱਕ ਮਾਰਕੀਟ ਓਪੀਨੀਅਨ ਜਿਹੜਾ ਉਹਨਾਂ ਦਾ ਹੁੰਦਾ ਹੈ ਜਾਂ ਮਾਰਕੀਟ ਆਊਟਲੁੱਕ ਜਿਹੜਾ ਹੁੰਦਾ ਹੈ, ਉਸ ਤੋਂ ਰੈਫਰ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਉੱਥੇ ਕਿੱਦਾਂ ਦੀ ਜੌਬ ਓਪਨਿੰਗਸ ਉਸ ਜੌਬ ਵਾਸਤੇ ਆ ਸਕਦੀਆਂ, ਕਿਆ ਉਹਨਾਂ ਦੀ ਡਿਮਾਂਡ ਇੱਕ ਗੁੱਡ ਅਮਾਊਂਟ ਤੇ ਹੈਗੀ ਹੈ ਕਿ ਨਹੀਂ ਹੈ। ਸੋ ਦੈਟ ਗਿਵਸ ਯੂ ਅ ਲੋਟ ਆਫ ਕਲੈਰਿਟੀ ਕਿ ਹਾਂ ਵੀ ਤੁਸੀਂ ਕਿਹੜੇ ਪ੍ਰੋਗਰਾਮ ਵਾਸਤੇ ਜਿਹੜੇ ਹੈਗੇ ਨੋਮੀਨੇਟ ਹੋ ਸਕਦੇ ਹੋ, ਜਾਂ ਕਿਹੜੀ ਪ੍ਰੋਵਿੰਸ ਦੇ ਅੰਦਰ ਤੁਹਾਡੀ ਜਿਹੜੀ ਹੈਗੀ ਹੈ ਨੋਮੀਨੇਸ਼ਨ ਈਜ਼ੀ ਹੋ ਸਕਦੀ ਹੈ ਟਾਰਗੇਟ ਕਰਨ ਦੇ ਵਾਸਤੇ। ਆਲਰਾਈਟ ਰਾਜ ਜੀ, ਜਦੋਂ ਤੁਸੀਂ ਟਰੱਕ ਡਰਾਈਵਰਸ ਦਾ ਮੈਂਸ਼ਨ ਕੀਤਾ, PNP ਦੇ ਵਿੱਚ ਜ਼ਿਆਦਾਤਰ ਕਿਹੜੇ ਪ੍ਰੋਫੈਸ਼ਨ ਜ਼ਿਆਦਾ ਡਿਮਾਂਡ ਦੇ ਵਿੱਚ ਹੁੰਦੇ ਆ? ਤੁਸੀਂ ਥੋੜਾ ਜਿਹਾ ਸਾਨੂੰ ਉਹਦੇ ਬਾਰੇ ਬੇਸਿਕ ਇਨਫੋਰਮੇਸ਼ਨ ਦੇ ਸਕਦੇ? ਸੋ ਸਰ, ਜਿਹੜੇ ਇਨ ਡਿਮਾਂਡ ਦੀ ਆਪਾਂ ਜੇ ਗੱਲ ਕਰੀਏ, ਹਰ ਪ੍ਰੋਵਿੰਸ ਦੇ ਆਪਣਾ ਅਲੱਗ ਕ੍ਰਾਈਟੇਰੀਆ ਹੈਗਾ ਇਨ ਡਿਮਾਂਡ ਦਾ। ਜੇਕਰ ਮੈਂ ਕਹਾਂ, ਜਿਵੇਂ ਮੈਂ ਕਿਹਾ ਕਿ ਟਰਕਿੰਗ ਜਿਹੜੀ ਹੈਗੀ ਮੋਸਟਲੀ ਸਾਰੀ ਪ੍ਰੋਵਿੰਸਿਸ ਜਿਹੜੀ ਹੈਗੀਆਂ ਉਸਨੂੰ ਆਨਰ ਕਰਦੀ ਹੈ ਇਨ ਡਿਮਾਂਡ ਆਕੂਪੇਸ਼ਨ ਨੂੰ ਲੈ ਕੇ। ਠੀਕ ਹੈ, ਕੁਝ ਪ੍ਰੋਵਿੰਸਿਸ ਹੁੰਦੀਆਂ ਜਿਹੜੇ ਨੌਕ C ਅਤੇ ਨੌਕ D ਕੈਟਾਗਰੀ ਦੀ ਜੌਬਸ ਨੂੰ ਫਿਰ ਵੀ ਐਂਟਰਟੇਨ ਕਰ ਦਿੰਦੀਆਂ, ਬਟ ਕੁਝ ਪ੍ਰੋਵਿੰਸਿਸ ਹੁੰਦੀਆਂ ਜਿਹੜੇ ਕਿ ਬਿਲਕੁਲ ਐਂਟਰਟੇਨ ਨਹੀਂ ਕਰਦੀਆਂ। ਸੋ ਕਹਿੰਦੇ ਆ ਸਿਰਫ ਨੌਕ 0A B ਕੈਟਾਗਰੀ ਦੀ ਜੌਬਸ ਹੀ ਜਿਹੜੀ ਹੈਗੀਆਂ ਉਹ ਕੁਆਲੀਫਾਈ ਕਰਨਗੀਆਂ PNPs ਵਾਸਤੇ। ਹੁਣ ਜਿਵੇਂ ਇੰਡੀਵਿਜੂਅਲ ਆਪਾਂ ਪ੍ਰੋਵਿੰਸਿਸ ਨੂੰ ਲੈ ਕੇ ਚੱਲਾਂਗੇ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਆਪਾਂ 3 ਪ੍ਰੋਵਿੰਸਿਸ ਦੇ PNP ਪ੍ਰੋਗਰਾਮ ਜਿਹੜੇ ਹੈਗੇ ਮੇਜਰਲੀ ਅੱਜ ਡਿਸਕਸ ਕਰਾਂਗੇ। ਠੀਕ ਹੈ, ਸੋ ਆਈ ਗੋ ਹੈਡ ਐਂਡ ਸ਼ੇਅਰ ਦ ਡਿਟੇਲਸ ਆਫ specific occupations which are in demand for those provinces while we are discussing about those programs. Right. ਸੋ ਆਪਾਂ ਬੇਸਿਕਲੀ ਬ੍ਰਿਟਿਸ਼ ਕੋਲੰਬੀਆ ਤੋਂ ਪਹਿਲਾਂ ਸਟਾਰਟ ਕਰ ਲੈਂਦੇ ਹਾਂ। ਤੁਸੀਂ ਸਾਨੂੰ ਥੋੜਾ ਜਿਹਾ ਬ੍ਰਿਟਿਸ਼ ਕੋਲੰਬੀਆ ਦੇ PNP ਪ੍ਰੋਗਰਾਮ ਬਾਰੇ ਥੋੜਾ ਜਿਹਾ ਚਾਨਣਾ ਪਾਓ ਕਿ ਉਹਦੇ ਵਿੱਚ ਕੀ ਐਲੀਜੀਬਿਲਿਟੀ ਕ੍ਰਾਈਟੇਰੀਆਸ ਨੇ, ਕਿੰਨੇ ਪ੍ਰੋਗਰਾਮਸ ਨੇ ਉਹਦੇ ਅੰਡਰ, ਕੀ ਟਾਈਮ ਕੰਸਟ੍ਰੇਂਟਸ ਨੇ, ਸੋ ਥੋੜਾ ਜਿਹਾ ਪਲੀਜ਼ ਸਾਡੇ ਵਿਊਅਰਸ ਨੂੰ ਦੱਸੋਗੇ ਇਸ ਬਾਰੇ? Sure sir. ਸੋ ਜੇ ਆਪਾਂ ਬ੍ਰਿਟਿਸ਼ ਕੋਲੰਬੀਆ ਦੇ PNP ਪ੍ਰੋਗਰਾਮਸ ਦੀ ਗੱਲ ਕਰੀਏ, ਸਕਿਲਡ ਮਾਈਗ੍ਰੇਸ਼ਨ ਦੇ ਅੰਦਰ, ਠੀਕ ਹੈ, 2 ਕੈਟਾਗਰੀਜ਼ ਆ ਜਾਂਦੀਆਂ। ਇੱਕ ਤਾਂ ਆ ਜਾਂਦੀਆਂ ਜਿਹੜੀ ਕਿ ਨੌਕ 0A B ਜਾਂ ਐਮਪਲੋਇਡ ਸਕਿਲਡ ਪ੍ਰੋਫੈਸ਼ਨਲਸ ਜਿਹੜੇ ਹੈਗੇ ਨੇ ਉਹਨਾਂ ਦੀ ਕੈਟਾਗਰੀ। ਦੂਸਰੀ ਆ ਜਾਂਦੀ ਹੈ ਐਂਟਰਪ੍ਰੀਨਿਓਰਸ ਜਾਂ ਇਨਵੈਸਟਰਸ ਦੀ ਕੈਟਾਗਰੀ। ਹੁਣ ਜੇ ਆਪਾਂ ਗੱਲ ਕਰਕੇ ਚੱਲੀਏ ਸਕਿਲਡ ਮਾਈਗ੍ਰੇਸ਼ਨ ਦੀ, ਤਾਂ ਦੇਰ ਆਰ 5 ਡਿਫਰੈਂਟ ਪ੍ਰੋਗਰਾਮਸ ਜਿਹੜੇ ਕਿ BC PNP ਦੇ ਅੰਦਰ ਆਉਂਦੇ ਆ। ਠੀਕ ਹੈ, ਹੁਣ ਇਹ ਸਾਰੇ ਦੇ ਸਾਰੇ ਜਿਹੜੇ ਨੇ, ਕੁਝ ਪ੍ਰੋਗਰਾਮ ਸਪੈਸੀਫਿਕ ਹੈਗੇ ਨੇ ਨੌਕ 0A B ਕੈਟਾਗਰੀ ਜੌਬਸ ਨੂੰ, ਤੇ ਇੱਕ ਪ੍ਰੋਗਰਾਮ ਐਸਾ ਵੀ ਹੈ ਜਿਹੜਾ C or D ਕੈਟਾਗਰੀ ਦੀ ਜੌਬਸ ਨੂੰ ਵੀ ਟਾਰਗੇਟ ਕਰਦਾ ਹੈ। ਇਹ 5 ਪ੍ਰੋਗਰਾਮਸ ਦੇ ਅੰਦਰੋਂ ਦੀ 4 ਪ੍ਰੋਗਰਾਮ ਜਿਹੜੇ ਨੇ PNP ਦੇ, ਦੇ ਆਰ ਡਿਪੈਂਡੈਂਟ ਔਨ ਅ ਜੌਬ ਆਫਰ ਫਰੋਮ BC employer, ਬਟ ਇੱਕ ਪ੍ਰੋਗਰਾਮ ਹੈਗਾ ਜੋ ਕਿ ਜੌਬ ਆਫਰ ਜਾਂ ਵਰਕ ਐਕਸਪੀਰੀਅੰਸ ਇਹਦਾ ਦੀ ਕੋਈ ਐਲੀਜੀਬਿਲਿਟੀ ਨਹੀਂ ਮੰਗਦਾ, ਜੋ ਕਿ ਆਪਣਾ ਇੰਟਰਨੈਸ਼ਨਲ ਪੋਸਟ ਗ੍ਰੈਜੂਏਟ ਪ੍ਰੋਗਰਾਮ ਹੈ BC ਦਾ।
ਸੋ ਫॉर ਦਿਸ ਪ੍ਰੋਗਰਾਮ ਤੁਸੀਂ ਸਪੈਸੀਫਿਕਲੀ ਮਾਸਟਰਸ ਜਾਂ PhD ਆਪਣੀ ਕਰੋ। BC ਦੀ ਹੀ ਯੂਨੀਵਰਸਿਟੀਜ਼ ਹੈ, ਕੁਝ ਲਿਸਟਡ ਕੋਰਸਿਸ ਹੈ, ਕੁਝ ਹੀ ਯੂਨੀਵਰਸਿਟੀਜ਼ ਦੇ ਜਿਹੜੇ ਕਿ ਕੁਆਲੀਫਾਈ ਕਰਦੇ ਹੈ ਇਧਰ ਦੀ PNP ਵਾਸਤੇ। ਸੋ ਜੇ ਤੁਸੀਂ ਉਧਰੋਂ ਦੀ ਮਾਸਟਰਸ ਜਾਂ PhD ਪਾਸ ਆਊਟ ਕਰ ਲੈਂਦੇ ਹੋ ਤਾਂ ਤੁਸੀਂ PNP ਦੇ ਵਾਸਤੇ ਡਾਇਰੈਕਟਲੀ ਐਲੀਜੀਬਲ ਹੋ ਸਕਦੇ ਹੋ, ਜੇ ਤੁਹਾਡੇ ਕੋਲ ਜੌਬ ਆਫਰ ਨਹੀਂ ਵੀ ਹੈ ਤਾਂ ਵੀ। ਹੁਣ ਬਾਕੀ ਦੇ 4 ਜਿਹੜੇ ਪ੍ਰੋਗਰਾਮਸ ਹੈਗੇ ਜੋ ਮੈਂ ਉਹਨਾਂ ਦੀ ਗੱਲ ਕਰਾਂਦੇ ਆ, ਡਿਪੈਂਡੈਂਟ ਔਨ ਦੀ ਆਕੂਪੇਸ਼ਨ, ਕਿ ਜੌਬ ਆਫਰ ਤਾਂ ਚਾਹੀਦਾ ਹੀ ਚਾਹੀਦਾ ਹੈ, ਪਰ ਕਿਹੜੀ ਆਕੂਪੇਸ਼ਨ ਦੇ ਅੰਦਰ, ਕਿਹੜੀ ਇੰਡਸਟਰੀ ਦੇ ਅੰਦਰ ਚਾਹੀਦਾ ਉਹ ਮੈਟਰ ਕਰਦਾ। ਹੁਣ ਜੇ ਆਪਾਂ ਗੱਲ ਕਰੀਏ ਆਕੂਪੇਸ਼ਨਸ ਇਨ ਡਿਮਾਂਡ, ਤਾਂ ਇੰਡਸਟਰੀ ਜਿਹੜੀ ਹੈਗੀਆਂ ਕੁਆਲੀਫਾਈ ਕਰਦੇ ਆ ਉਹ ਅੱਜ ਦੀ ਡੇਟ ਜੇ BC ਦੀ ਆਪਾਂ ਗੱਲ ਕਰੀਏ ਤਾਂ ਟੂਰਿਜ਼ਮ ਹੋ ਗਈ, ਹਸਪਿਟੈਲਿਟੀ ਇੰਡਸਟਰੀ ਹੋ ਗਈ, ਹੈਲਥ ਕੇਅਰ ਇੰਡਸਟਰੀ ਹੋ ਗਈ, ਤੁਹਾਡੀ ਐਗਰੀਕਲਚਰ ਹੋ ਗਈ, ਤੇ ਸਕਿਲ ਟ੍ਰੇਡ ਪੀਪਲ ਜਿਹੜੇ ਹੈਗੇ ਨੇ ਉਹ ਵੀ ਕਾਫੀ ਇਨ ਡਿਮਾਂਡ ਚੱਲ ਰਹੇ ਹਨ, ਠੀਕ ਹੈ। ਐਂਡ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਆਲਸੋ ਇਨ ਡਿਮਾਂਡ ਓਵਰ देयर। ਸੋ ਇਹਨਾਂ ਦੇ ਵਾਸਤੇ ਸਪੈਸੀਫਿਕ ਉਹਨਾਂ ਨੇ ਆਪਣੇ ਹੀ PNP ਪ੍ਰੋਗਰਾਮ ਡਿਫਾਈਨ ਕੀਤੇ ਹਨ ਕਿ ਲੈਟਸ ਸੇ ਹੈਲਥ ਕੇਅਰ ਪ੍ਰੋਫੈਸ਼ਨਲਸ, ਤਾਂ ਉਹਨਾਂ ਦੇ ਕੋਲ ਜੇ ਜੌਬ ਆਫਰ ਹੈ ਐਂਡ ਦੇ ਆਰ ਵਰਕਿੰਗ ਅੰਡਰ ਦੈਟ ਬ੍ਰਾਂਚ ਆਫ ਦ ਹੈਲਥ ਕੇਅਰ ਪ੍ਰੋਫੈਸ਼ਨ ਵਿਚ ਇਜ਼ ਐਲੀਜੀਬਲ, ਤਾਂ ਉਹਨਾਂ ਨੂੰ ਡਾਇਰੈਕਟਲੀ PNP ਵਾਸਤੇ ਅਗੇਨ ਐਲੀਜੀਬਿਲਿਟੀ ਉਹਨਾਂ ਦੀ ਬਣ ਜਾਂਦੀ ਹੈ ਐਂਡ ਦੇ ਕੈਨ ਕੁਆਲੀਫਾਈ ਫॉर दैट। Same goes as I was mentioning about NOC C or D category, trucking वगैरह, logistics वगैरह दी job जड़ी हैगी हैं, कुछ North East Development Region plus कुछ provinces and कुछ regions sorry उधर हो ऐसे ने ਜਿਹੜੇ ਕਿ ਟਰਕਿੰਗ ਨੂੰ ਇਨ ਡਿਮਾਂਡ ਰੱਖ ਕੇ ਚੱਲਦੇ ਆ, ਤਾਂ ਉਧਰ NOC C ਅਤੇ D ਕੈਟਾਗਰੀ ਦੀ ਵੀ ਜੌਬ ਆਫਰਸ ਜਿਹੜੇ ਹੈਗੇ ਕੁਆਲੀਫਾਈ ਕਰ ਜਾਂਦੇ ਆ। ਆਲਰਾਈਟ, ਸੋ ਅਨੁਰਾਗ ਜੀ ਇਹਦੇ ਲਈ ਪਾਰਟਿਕੂਲਰਲੀ ਆਇਲਸ ਰਿਕੁਆਇਰਮੈਂਟ ਕਿੰਨੀ ਰਹਿੰਦੀ ਹੈ NOC O A B ਐਂਡ ਬਾਕੀ C and D ਕੈਟਾਗਰੀ? Okay, so sir, NOC 0 and A ਜੇ ਮੈਂ BC ਦੇ PNP ਪ੍ਰੋਗਰਾਮਸ ਦੀ ਗੱਲ ਕਰਾਂ, NOC 0 and A ਦੇ ਅੰਦਰ ਮਿਨੀਮਮ ਕੋਈ IELTS ਦੀ ਰਿਕੁਆਇਰਮੈਂਟ ਨਹੀਂ ਹੈ ਜੇ ਤੁਹਾਡੇ ਕੋਲ ਉਹ ਜੌਬ ਹੈ। ਬਟ ਯੈਸ, ਇਫ ਯੂ ਆਰ ਟਾਕਿੰਗ ਅਬਾਊਟ NOC B ਕੈਟਾਗਰੀ ਜੌਬ ਆਫਰ, ਤਾਂ ਤੁਹਾਨੂੰ ਮਿਨੀਮਮ CLB 4 ਜਿਹੜਾ ਹੈਗਾ ਉਹ ਅਚੀਵ ਕਰਨਾ ਪਏਗਾ, which is roughly anywhere between 3.5 to 4.5 maximum IELTS ਦਾ span score individual modules ਤੇ based ਹੈ। ਆਲਰਾਈਟ, ਸੋ ਜੌਬ ਆਫਰ ਜਿਵੇਂ ਆਪਾਂ ਗੱਲ ਕਰ ਰਹੇ ਸੀ ਉਹ ਕਿੰਨੇ ਟਾਈਮ ਪੀਰੀਅਡ ਦਾ ਹੋਣਾ ਜ਼ਰੂਰੀ ਹੈ, 1 ਸਾਲ ਜਾਂ ਉਸ ਤੋਂ ਜ਼ਿਆਦਾ? ਸੋ ਉਧਰ 2 ਡਿਫਰੈਂਟ ਤਰੀਕੇ ਦੇ ਜੌਬ ਆਫਰਸ ਨੂੰ ਆਨਰ ਕੀਤਾ ਜਾਂਦਾ PNP ਪ੍ਰੋਗਰਾਮ ਲਈ। ਜੇ ਤਾਂ ਤੁਹਾਡੀ IT ਸੈਕਟਰ ਦਾ ਜੌਬ ਆਫਰ ਹੈ ਤਾਂ ਜੇਕਰ ਸਿਰਫ 1 ਸਾਲ ਦਾ ਵੀ ਹੈ, ਇਟਸ ਨਾਟ ਅ ਪਰਮਾਨੈਂਟ, ਇਟਸ ਅ ਕੰਟਰੈਕਚੁਅਲ ਬੇਸ, ਜੇ 1 ਸਾਲ ਦੀ ਡਿਊਰੇਸ਼ਨ ਦਾ ਵੀ ਹੈ ਉਹ ਤਾਂ ਵੀ ਤੁਹਾਡਾ ਕੁਆਲੀਫਾਈ ਕਰ ਸਕਦਾ PNP ਵਾਸਤੇ, BC ਦੇ ਟੈਕ ਪਾਇਲਟ ਵਾਲੇ ਡਰਾਅ ਵਾਸਤੇ। ਬਟ ਬਾਕੀ ਸਾਰੀ ਮੈਕਸਿਮਮ ਆਕੂਪੇਸ਼ਨ ਜਿਹੜੀ ਹੈਗੀ ਮੈਨੇਜਰੀਅਲ, ਟ੍ਰੇਡ ਪੀਪਲ ਐਂਡ ਸਕਿਲ ਪ੍ਰੋਫੈਸ਼ਨਲਸ, ਜੇ ਬਾਕੀ ਸਾਰਿਆਂ ਦੀ ਮੈਂ ਗੱਲ ਕਰਕੇ ਚੱਲਾਂ ਤਾਂ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਜੌਬ ਆਫਰ ਉਹ ਪਰਮਾਨੈਂਟ ਫੁੱਲ ਟਾਈਮ ਹੋਣਾ ਚਾਹੀਦਾ ਹੈ, ਐਟਲੀਸਟ ਫॉर ਅ 2 years ਆਫ ਡਿਊਰੇਸ਼ਨ ਯੂ ਕੈਨ ਸੇ। ਆਲਰਾਈਟ, ਸੋ ਦੂਜਾ ਆਪਾਂ ਗੱਲ ਕਰ ਰਹੇ ਸੀ ਸਸਕੈਚੁਅਨ PNP ਪ੍ਰੋਗਰਾਮ ਦੇ, ਸੋ ਉਹਦੇ ਲਈ ਵੀ ਤੁਸੀਂ ਕਿਹੜੇ ਫੈਕਟਰਸ ਰਿਕੁਆਇਰਡ ਨੇ, ਕੀ ਆਇਲਸ ਰਿਕੁਆਇਰਮੈਂਟਸ ਨੇ, ਉਹਦੇ ਵਿੱਚ ਵੀ ਕੀ ਜੌਬ ਆਫਰ ਜ਼ਰੂਰੀ ਹੈ, ਥੋੜਾ ਜਿਹਾ ਉਸ ਬਾਰੇ ਸਾਨੂੰ ਗਾਈਡ ਕਰੋਗੇ ਪਲੀਜ਼? Sure. So sir, Saskatchewan ਦੇ ਜਿਹੜੇ ਨੇ 7 PNP programs available ਨੇ, ਜਿਨ੍ਹਾਂ ਦੇ ਅੰਦਰ ਇੱਕ ਹੈਗਾ ਜਿਹੜਾ ਐਕਸਪ੍ਰੈਸ ਐਂਟਰੀ ਸਟਰੀਮ ਜਿਹੜੀ ਉਹਦੀ ਹੈਗੀ ਹੈ, ਉਸ ਦੇ ਅੰਦਰ ਜੌਬ ਆਫਰ ਨਹੀਂ ਚਾਹੀਦਾ। ਉਸ ਦੇ ਅੰਦਰ ਤੁਹਾਡਾ ਜਿਵੇਂ BC ਦੇ ਅੰਦਰ ਹੁੰਦਾ, ਹਰ PNP ਪ੍ਰੋਗਰਾਮ ਦੇ ਅੰਦਰ ਇੱਕ ਸਕੋਰਿੰਗ ਗ੍ਰਿਡ ਹੁੰਦਾ, ਠੀਕ ਹੈ। ਉਸ ਸਕੋਰਿੰਗ ਗ੍ਰਿਡ ਦੇ ਸਕੋਰਸ ਜਿਹੜੇ ਤੁਹਾਡੇ ਬਣਦੇ ਹੈ, ਤੁਹਾਡੇ ਫੈਕਟਰਸ ਏਜ, ਲੈਂਗੁਏਜ, ਐਜੂਕੇਸ਼ਨ, ਵਰਕ ਐਕਸਪੀਰੀਅੰਸ, ਤੁਹਾਡਾ ਕਨੈਕਸ਼ਨ ਜਾਂ ਰਿਲੇਟਿਵਸ ਕਹਿ ਲਓ ਜਾਂ ਫਿਰ ਜੌਬ ਆਫਰ ਕਹਿ ਲਓ from that province, ਇਹ ਸਾਰੇ ਕੰਟਰੀਬਿਊਟ ਕਰਕੇ ਉਸ ਸਕੋਰਿੰਗ ਗ੍ਰਿਡ ਦੇ ਬੇਸ ਤੇ ਤੁਹਾਡਾ ਇੱਕ ਸਕੋਰ ਹੁੰਦਾ ਹੈ। ਹੁਣ ਉਸ ਸਕੋਰ ਨੂੰ ਇਹਨਾਂ ਦੇ ਖੁਦ ਦੇ ਪ੍ਰੋਗਰਾਮਸ ਜਿਹੜੇ ਨੇ ਉਹ ਡਰਾਸ ਦੇ ਵਾਸਤੇ ਕੁਆਲੀਫਾਈ ਕਰਵਾਉਂਦੇ ਆ, ਠੀਕ ਹੈ। ਕਿ ਲੈਟਸ ਸੇ ਕਿ ਸਸਕੈਚੁਅਨ ਦਾ ਆਪਾਂ ਕਹਿੰਦੇ ਕਿ 60 ਤੋਂ ਅਬਵ ਜਿਹੜਾ ਹੈਗਾ ਉਹ ਐਲੀਜੀਬਲ ਹੋ ਜਾਂਦਾ ਹੈ, ਠੀਕ ਹੈ। ਬਟ ਜਿਹੜੇ ਡਰਾਸ ਹੈਗੇ ਨੇ ਪਿਛਲੇ 1.5 ਸਾਲ ਤੋਂ ਆਪਾਂ ਜਿਵੇਂ ਟ੍ਰੈਂਡ ਦੇਖ ਕੇ ਚੱਲ ਰਹੇ ਹਾਂ, ਦੇ ਆਰ ਐਨੀਵੇਅਰ ਅਬਵ 65 ਔਰ 68 ਈਜ਼ੀਲੀ, ਠੀਕ ਹੈ। ਅਗੇਨ ਯੂ ਹੈਵ ਟੂ ਕੀਪ ਔਨ ਚੈਕਿੰਗ ਅਬਾਊਟ ਕਿ ਤੁਹਾਡੀ ਆਕੂਪੇਸ਼ਨ ਇਨ ਡਿਮਾਂਡ ਹੈ ਕਿ ਨਹੀਂ ਹੈ, ਕਿਉਂਕਿ ਇਹ ਰਿਵਾਈਜ਼ ਕਰਦੇ ਰਹਿੰਦੇ ਟਾਈਮ ਟੂ ਟਾਈਮ। The best resource to go ahead and refer for occupation in demand is the market outlook for that very province. ਹੁਣ ਜੇ ਕਾਫੀ ਸਾਰੀ ਆਕੂਪੇਸ਼ਨਸ ਸਸਕੈਚੁਅਨ ਦੇ ਵਿੱਚ ਡਿਮਾਂਡ ਹੁੰਦੀਆਂ ਨੇ। ਹਾਂਜੀ ਸਰ, ਕਾਫੀ ਸਾਰੀ ਹੁੰਦੀਆਂ ਆਕੂਪੇਸ਼ਨ। ਅਸੀਂ ਜਿਹੜੇ ਪਿੱਛੇ ਦੇਖ ਕੇ ਚੱਲੇ ਹਾਂ ਮੋਸਟਲੀ ਆਫਿਸ ਵਾਲੀ ਜਿਹੜੀ ਜੌਬਸ ਹੈਗੀਆਂ, ਠੀਕ ਹੈ, ਜੋ ਫੀਲਡ ਵਰਕ ਵਾਲੀ ਨਹੀਂ ਆਉਂਦੀਆਂ ਜਿਵੇਂ ਸੇਲਸ ਐਂਡ ਆਲ, ਠੀਕ ਹੈ, ਉਹ ਇੰਨੀ ਜ਼ਿਆਦਾ ਪੋਪੂਲੈਰਿਟੀ ਦੇ ਅੰਦਰ ਨਹੀਂ ਸੀਗੀਆਂ ਪਿਛਲੇ ਡਰਾਸ ਦੇ ਅੰਦਰ, ਠੀਕ ਹੈ। ਬਿਕਾਜ਼ ਆਫ ਦ ਲੋਕਡਾਊਨ ਜਿਹੜਾ ਲੋਕਲ ਲੱਗਦਾ ਰਹਿੰਦਾ ਹੈ ਕਿ ਉਹ ਵਾਲੀ ਆਕੂਪੇਸ਼ਨਸ ਵੈਸੇ ਵੀ ਉਹ ਕਿਤੇ ਸਰਵ ਨਹੀਂ ਕਰ ਸਕਦੇ, ਸੋ ਇਸ ਲਈ ਹਲੇ ਪ੍ਰੈਫਰ ਨਹੀਂ ਕੀਤੀ ਜਾ ਰਹੀਆਂ। ਬਟ ਹਾਂ, ਅਸੀਂ ਜੋ ਦੇਖਿਆ ਪਿੱਛੇ ਐਡਮਿਨ ਵਾਲੀ ਜੌਬਸ ਜਿਹੜੀਆਂ ਹੋ ਗਈਆਂ, ਜਿਵੇਂ ਮਾਰਕੀਟਿੰਗ ਦੇ ਹੋ ਗਈ, ਰਿਲੇਸ਼ਨਸ਼ਿਪ ਮੈਨੇਜਰਸ ਦੇ ਹੋ ਗਈ, ਇੱਦਾਂ ਦੀ ਆਕੂਪੇਸ਼ਨਸ ਫਿਰ ਵੀ ਉਹਨੂੰ ਰეკਮੈਂਡ ਕਰਕੇ ਉਹ ਪ੍ਰੈਫਰ ਕਰ ਰਹੇ ਹਨ ਹਲੇ ਸਸਕੈਚੁਅਨ ਦੇ ਵਾਸਤੇ, ਠੀਕ ਹੈ।
ਦੈਨ ਅਗੇਨ ਸਸਕੈਚੁਅਨ ਦੇ ਅੰਦਰ ਵੀ ਇਹੀ ਕ੍ਰਾਈਟੇਰੀਆ ਹੈ ਕਿ ਕੁਝ ਸਪੈਸੀਫਿਕ ਇੰਡਸਟਰੀਜ਼ ਦੇ ਵਾਸਤੇ ਉਹਨਾਂ ਨੇ ਸਪੈਸ਼ਲ ਪ੍ਰੋਗਰਾਮਸ ਕੱਢੇ ਹੋਏ ਨੇ, ਜਿਵੇਂ ਕਿ ਟੂਰਿਜ਼ਮ ਵਾਸਤੇ ਹੋ ਗਿਆ, ਲੌਜਿਸਟਿਕਸ ਵਾਸਤੇ ਹੋ ਗਿਆ, ਤੁਹਾਡੇ ਹੈਲਥ ਕੇਅਰ ਵਗੈਰਾ ਦਾ ਹੋ ਗਿਆ, ਠੀਕ ਹੈ, ਨੈਚੁਰਲ ਅਪਲਾਈਡ ਸਾਇੰਸਿਸ ਦੇ ਅੰਦਰ ਹੋ ਗਿਆ। ਐਸੀ ਆਕੂਪੇਸ਼ਨਸ ਜਿਹੜੀ ਹੈਗੀਆਂ, ਐਸੀ ਇੰਡਸਟਰੀਜ਼ ਜਿਹੜੀਆਂ ਹੈਗੀਆਂ ਜਿਹੜੀ ਕਿ ਐਸੀ ਆਕੂਪੇਸ਼ਨਸ ਨੂੰ ਕੇਟਰ ਕਰਦੀਆਂ, ਇਸ ਇੰਡਸਟਰੀਜ਼ ਦੀ ਵੀ ਫਿਰ ਵੀ ਹਲੇ ਕਾਫੀ ਡਿਮਾਂਡ ਹੈ, ਐਂਡ ਦੇ ਗॉट देयर ਡੈਡੀਕੇਟਿਡ ਪ੍ਰੋਗਰਾਮਸ ਫॉर ਇਟ। ਆਲਰਾਈਟ, ਐਂਡ ਸਸਕੈਚੁਅਨ ਦੇ ਡਰਾਸ ਕਿੰਨੇ ਫ੍ਰੀਕੁਐਂਟਲੀ ਨਿਕਲਦੇ ਨੇ, ਤੁਸੀਂ ਉਸ ਬਾਰੇ ਥੋੜਾ ਦੱਸੋਗੇ? ਸਰ ਸਸਕੈਚੁਅਨ ਦੇ ਅਗੇਨ ਟੂ ਬੀ ਵੈਰੀ ਓਨੈਸਟ ਆਈ ਹੈਵਨਟ ਫੋਲੋਡ ਅਪ ਔਨ ਇਟ, ਠੀਕ ਹੈ, ਬਟ ਰਫਲੀ ਉਹਨਾਂ ਦਾ ਇੱਕ ਡਰਾ ਤਾਂ ਜਿਹੜਾ ਹੈਗਾ ਐਕਸਪ੍ਰੈਸ ਐਂਟਰੀ ਦਾ ਓਵਰਸੀਜ਼ ਐਪਲੀਕੇਸ਼ਨਸ ਵਾਸਤੇ ਉਹ ਨਿਕਲ ਹੀ ਜਾਂਦਾ ਹੈ ਹਰ ਮੰਥ, ਠੀਕ ਹੈ। ਅੱਜ ਕੱਲ ਮੈਕਸਿਮਮ ਪ੍ਰੋਵਿੰਸਸ ਜਿਹੜੀਆਂ ਹੈਗੀਆਂ ਉਹ ਪ੍ਰੈਫਰ ਨਹੀਂ ਕਰ ਰਹੀਆਂ ਬਾਹਰ ਦੇ ਐਪਲੀਕੈਂਟਸ ਨੂੰ, ਸੋ ਡਰਾਸ ਦਾ ਜਿਹੜਾ ਸਕੋਰਿੰਗ ਹੈਗੀ ਹੈ ਉਹ ਉੱਪਰ ਹੀ ਜਾ ਰਹੀ ਹੈ ਹਲੇ ਪਾਸਟ ਐਟਲੀਸਟ 1 ਸਾਲ ਤੋਂ ਕਹਿ ਲਓ ਓਵਰਸੀਜ਼ ਐਪਲੀਕੈਂਟਸ ਦੇ ਵਾਸਤੇ। ਆਲਰਾਈਟ, ਐਂਡ ਸਸਕੈਚੁਅਨ ਚ ਆਈ ਬਲੀਵ ਇਹ ਵੀ ਹੁੰਦਾ ਹੈ ਕਿ ਏਜ ਦੀ ਕੋਈ ਬਾਰ ਨਹੀਂ ਹੈਗੀ, ਅਪ ਟੂ 45 ਦੇ ਸਟਿਲ ਅਸੈਪਟਿੰਗ ਦੀ ਐਪਲੀਕੇਸ਼ਨ। So you can go ahead and create a profile later on also, but ਤੁਹਾਡੇ ਕੋਲ ਨਾ points ਨਹੀਂ ਹੁੰਦੇ eligible ਹੋਣ ਦੇ ਵਾਸਤੇ। If you're not getting those points, then there is no, there's no use of creating the profile. ਤੁਹਾਡੀ occupation in demand ਵੀ ਹੋਏਗੀ, but ਜੇ ਤੁਸੀਂ cut off ਨਹੀਂ meet ਕਰ ਪਾ ਰਹੇ ਹੋ ਫਿਰ ਤੁਹਾਨੂੰ ਨਹੀਂ preference ਮਿਲੇਗੀ। ਮਤਲਬ ਜੋ ਦਾ ਐਕਸਪੀਰੀਅੰਸ ਆਈ ਬਲੀਵ ਚੰਗਾ ਹੈਗਾ ਜਾਂ ਆਇਲਸ ਤੋਂ ਪੁਆਇੰਟਸ ਕਵਰ ਕਰ ਲੈਂਦਾ, then ਏਜ ਵਾਲੇ ਪੁਆਇੰਟਸ ਆਪਾਂ ਉਧਰੋਂ ਕਵਰ ਕਰ ਸਕਦੇ। If you can, again, ਇਹਨਾਂ ਦਾ ਵੀ ਦੇਖੋ ਬਾਰ ਹੈ ਜੋ ਆਪਾਂ ਪਿੱਛੇ ਦੇਖ ਕੇ ਚੱਲੇ ਆ ਇੱਕ ਆਈਡਲ ਪ੍ਰੋਫਾਈਲ ਨੂੰ ਜੇ ਆਪਾਂ ਟਰਾਈ ਕਰੀਏ, so anyone who has more than 10 years of work experience and a relevant education as well as the experience. So let's say कि मेरी mechanical engineering है ਤੇ मैं उसी profession ਦੇ ਅੰਦਰ, उसी line ਦੇ ਅੰਦਰ, उसी industry ਦੇ ਅੰਦਰ ਹੀ related industry ਦੇ ਅੰਦਰ ਹੀ ਮੇਰੇ ਕੋਲ 10 ਸਾਲ plus ਦਾ experience ਹੈ, ਤਾਂ ਹੀ ਮੈਂ ਕਿਤੇ ਜਾ ਕੇ qualify ਕਰਾਂਗਾ। So it's a very rare combination that you come across. Mostly ਹੁਣ ਜਿਵੇਂ ਆਪਾਂ ਇੰਡੀਆ ਦੇ applicants ਦਾ ਦੇਖ ਕੇ ਚੱਲੀਏ ਤਾਂ ਉਹਨਾਂ ਦੀ education ਕੁਝ ਹੁੰਦੀ ਹੈ, ਉਹ ਕਰ ਕੁਝ ਹੋਰ ਰਹੇ ਹੁੰਦੇ ਹੈ, so just points matter ਨਹੀਂ ਕਰਦੇ ਹੈ, ਇਹ ਵੀ matter ਕਰਦਾ ਹੈ ਕਿ ਤੁਹਾਡਾ work experience ਜਿਹੜਾ ਉਹ relevant ਹੈ ਜਾਂ ਨਹੀਂ ਹੈ। Then again, there is a condition by Saskatchewan also ਕਿ ਤੁਹਾਨੂੰ minimum ਜਿਹੜੇ ਹੈਗੇ ਆ 3 months old ਜਿਹੜੇ funds ਹੈਗੇ ਨੇ ਉਹ ਦਿਖਾਣੇ ਜ਼ਰੂਰੀ ਹੈ, so people they are not able to go ahead and maintain it sometimes. So ਇਹ ਬਹੁਤ ਛੋਟੇ factors ਨੇ ਜਿਹੜੇ ਕਿ ਤੁਹਾਨੂੰ nomination ਮਿਲਣ ਤੋਂ ਬਾਅਦ ਵੀ ਤੇ ਪਹਿਲਾਂ ਵੀ ਤੁਹਾਨੂੰ ਧਿਆਨ 'ਚ ਰੱਖਣੇ ਪੈਂਦੇ ਆ, ਬਹੁਤ ਜ਼ਰੂਰੀ ਹੁੰਦੇ ਆ। ਹਾਂਜੀ, ਬਿਕੋਜ਼ ਇਹ ਪ੍ਰੋਵਿੰਸਿਸ ਸਰ ਦੇਖੋ ਕਾਫੀ ਸਾਰਾ ਕ੍ਰਾਈਟੇਰੀਆ ਇਹਨਾਂ ਨੇ ਲੀਨੀਅੰਟ ਕੀਤਾ ਹੋਇਆ ਬਾਹਰ ਦੀ ਐਪਲੀਕੈਂਟਸ ਨੂੰ ਕੁਆਲੀਫਾਈ ਕਰਾਉਣ ਵਾਸਤੇ। ਆਲਦੋ ਉਹਨਾਂ ਦੀ ਆਕੂਪੇਸ਼ਨ ਚਲੋ ਇਨ ਡਿਮਾਂਡ ਜ਼ਰੂਰ ਹੈ, ਬਟ ਦੇ ਡੋਂਟ ਹੈਵ ਅ ਸੈਟ ਔਰ ਯੂ ਕੈਨ ਸੇ ਅ ਕਮਿਟਡ ਜੌਬ ਆਫਰ, ਓਕੇ, ਬਟ ਉਹ ਫਿਰ ਵੀ ਕਹਿ ਰਹੇ ਕਿ ਵਿਦਆਊਟ ਜੌਬ ਆਫਰ ਵੀ ਅਸੀਂ ਕੰਸੀਡਰ ਕਰ ਲਾਂਗੇ, we can go ahead and assess based on that, okay. So they are pretty much lenient with this, but they are very strict in terms of maintaining these kind of policies ਕਿ ਤੁਹਾਡੇ funds ਜਿਹੜੇ ਹੈਗੇ ਉਹਨਾਂ ਦੀ aging ਇੰਨੀ ਹੋਣੀ ਚਾਹੀਦੀ ਹੈ, ਠੀਕ ਹੈ, ਤੁਹਾਡੀ occupation ਜਿਹੜੀ ਹੈਗੀ ਆ ਤੁਹਾਡੀ education ਤੋਂ ਹੀ related ਹੋਣੀ ਜ਼ਰੂਰੀ ਹੈ, ਠੀਕ ਹੈ। If you are talking about a close family relative over there, then that also has their own criteria ਕਿ ਉਹ ਕਾਫੀ vast ਹੈਗਾ given ਕਿ ਤੁਹਾਡੇ cousins ਵਗੈਰਾ ਵੀ ਤੁਹਾਨੂੰ support ਕਰ ਸਕਦੇ ਆ ਉਹ points ਨੂੰ qualify ਕਰਨ ਦੇ ਵਾਸਤੇ। But again, you have to be very careful about each and every information that is being disclosed because they don't take it too lightly for that. Right. So that means, my friend, those who have 10 years experience and ਉਹਨਾਂ ਦੀ qualification and ਉਹਨਾਂ ਦਾ experience relevant ਹੈਗਾ ਆ, so that they are qualifying for Saskatchewan particular. Yes, so Anurag ji, ਇਨਕੇ ਦੇ ਵਿੱਚ ਕੋਈ relatives ਦਾ ਜਿਵੇਂ ਤੁਸੀਂ mention ਕੀਤਾ, so relatives ਜਾਂ job offer ਅਗਰ Saskatchewan ਤੋਂ ਹੁੰਦੀ ਆ ਤਾਂ ਉਹਦਾ ਕਿੰਨਾ benefit ਮਿਲ ਜਾਂਦਾ ਆ apply ਕਰਨ ਲਈ candidate? ਸ਼ੋਰ ਸਰ, ਜੇ ਰਿਲੇਟਿਵਸ ਦੀ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਰਿਲੇਟਿਵਸ ਦੇ ਐਡੀਸ਼ਨਲ 20 ਪੁਆਇੰਟਸ ਮਿਲ ਜਾਂਦੇ ਹਨ ਉਸੇ ਪੁਆਇੰਟਸ ਗ੍ਰਿਡ ਦੇ ਅਕੋਰਡਿੰਗ, ਤੇ ਜੇ ਆਪਾਂ ਜੌਬ ਆਫਰ ਦੀ ਗੱਲ ਕਰੀਏ ਤਾਂ ਉਹ ਤੁਹਾਨੂੰ 30 ਪੁਆਇੰਟਸ ਸਿੱਧਾ ਦੇ ਦਿੰਦਾ। ਜੇ ਤੁਸੀਂ ਲੈਟਸ ਸੇ ਕਿ ਬੇਅਰ ਮਿਨੀਮਮ ਵੀ ਆਪਣੀ ਬੇਸਿਸ ਤੇ ਕੁਆਲੀਫਾਈ ਕਰਦੇ ਹੋ 60 ਲੈ ਆਉਂਦੇ ਹੋ, ਸੋ ਇਫ ਯੂ ਗੈਟ ਅ ਜੌਬ ਆਫਰ ਤੁਹਾਡੇ 90 ਡਾਇਰੈਕਟਲੀ ਆ ਜਾਣਗੇ, ਤੇ ਮੋਸਟਲੀ ਡਰਾਸ ਜਿਹੜੇ ਹੈਗੇ ਉਹ 68 ਪਲੱਸ ਦੇ ਉੱਤੇ ਨਿਕਲ ਰਹੇ ਹਨ। 90 ਇਜ਼ ਅ ਵੈਰੀ ਵੈਰੀ ਗੁੱਡ ਸਕੋਰ ਕਿ ਤੁਹਾਡਾ ਵਿਦਿਨ ਨੈਕਸਟ ਡਰਾ ਜਿਹੜਾ ਹੈਗਾ ਈਜ਼ੀਲੀ ਆ ਸਕਦਾ ਹੈ ITA। So my friend, those who have like relatives and they can prove their relationship with them through doctor friends, so cousins ya uncle auntie nephews or maybe real brothers sisters, then you can claim a good points from the Saskatchewan. That's right. So Rajji, agli province ਜਿਹੜੀ ਤੁਸੀਂ mention ਕੀਤੀ ਸੀ ਉਹ ਅਲਬਰਟਾ ਸੀ, so ਅਲਬਰਟਾ ਬਾਰੇ ਤੁਸੀਂ ਥੋੜਾ ਦੱਸੋਗੇ viewers ਨੂੰ ਕਿ ਕਿੱਦਾਂ ਉਹਦੇ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ, ਕੀ ਫੈਕਟਰਸ ਕੰਸੀਡਰ ਹੁੰਦੇ ਨੇ? Sure. ਸੋ ਐਲਬਰਟਾ ਜਿਹੜੀ ਹੈ ਕਾਫੀ ਪਪੂਲਰ ਮੈਂ ਕਹਾਂਗਾ ਕਿ ਹਾਂ ਵੀ ਪ੍ਰੋਵਿੰਸ ਮੰਨੀ ਜਾਂਦੀ ਹੈ ਇਨ ਟਰਮਸ ਆਫ ਇਮੀਗ੍ਰੇਸ਼ਨ, ਬਿਕੋਜ਼ ਇਹ ਐਕਸਪ੍ਰੈਸ ਐਂਟਰੀ ਤੋਂ ਡਾਇਰੈਕਟ ਜੌਬ ਆਫਰ ਦੇ ਬਿਨਾਂ ਵੀ, ਠੀਕ ਹੈ, 300 ਪੁਆਇੰਟਸ ਤੋਂ ਵੀ ਪਿਕ ਕਰ ਲੈਂਦੀ ਹੈ ਪ੍ਰੋਫਾਈਲ।
ਜੋ ਕਿ ਬਹੁਤ ਘੱਟ ਹੈ। ਬਹੁਤ ਕੋਈ ਹੋਰ ਪ੍ਰੋਵਿੰਸ ਇੰਨੇ ਘੱਟ ਸਕੋਰ ਦੇ ਉੱਤੇ ਪ੍ਰੋਫਾਈਲਸ ਨਹੀਂ ਪਿਕ ਕਰਦੀ। ਦੇਰ ਕਾਫੀ ਕੰਟਰੀਬਿਊਟਿੰਗ ਫੈਕਟਰਸ ਹੈਗੇ ਨੇ ਇਸ ਦੇ ਵਾਸਤੇ, ਜਿਵੇਂ ਅਗੇਨ ਜੌਬ ਆਫਰ, ਯੋਰ ਕਨੈਕਸ਼ਨ, ਯੋਰ ਸਟੱਡੀਜ਼ ਫਰੋਮ ਕੈਨੇਡਾ ਔਰ ਐਲਬਰਟਾ, ਇਹ ਸਾਰੇ ਫੈਕਟਰਸ ਜਿਹੜੇ ਨੇ ਬਹੁਤ ਕੰਟਰੀਬਿਊਟ ਕਰਦੇ ਹਨ ਤੁਹਾਡੀ ਪ੍ਰੋਫਾਈਲ ਨੂੰ ਪਿਕ ਕਰਨ ਦੇ ਵਾਸਤੇ। ਬਟ ਅਗੇਨ ਇਟਸ ਨਾਟ ਦੈਟ ਈਜ਼ੀ। ਅੱਜ ਕੱਲ ਐਲਬਰਟਾ ਨੇ ਸਾਫ਼ ਹੀ ਸਟ੍ਰਿਕਟਲੀ ਕਿਹਾ ਹੋਇਆ ਹੈ ਕਿ ਦੇ ਆਰ ਨਾਟ ਗੋਇੰਗ ਟੂ ਪ੍ਰੋਸੈਸ or accept any applications for someone who is not within Alberta and working. Okay. So currently overseas application ਵਾਸਤੇ ਉਹਨਾਂ ਨੇ total ਬੰਦ ਕੀਤਾ ਹੋਇਆ ਹੈ immigration ਨੂੰ। But because of pandemic, I believe. Yes, due to pandemic only. It's only temporary. Then again, Alberta is probably one of the most simplest province also in terms of PNP. ਇਹਨਾਂ ਦੇ ਸਿਰਫ 2 PNP programs ਨੇ ਜਿਹੜੇ skilled migration ਵਾਸਤੇ ਹੈ, ਬਾਕੀ ਇਹਨਾਂ ਦੇ investor category ਦੇ ਹੁੰਦੇ ਹਨ। ਸੋ ਜੇ ਮੈਂ ਇਹਦੀ ਗੱਲ ਕਰਾਂ, ਯੈਸ ਦੇਰ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਫੈਕਟਰ ਜਿਹੜਾ ਕਿ ਨਹੀਂ ਮਿਲਦਾ ਈਜ਼ੀਲੀ ਪ੍ਰੋਫਾਈਲਸ, ਉਹ ਹੁੰਦਾ ਤੁਹਾਡੀ ਐਜੂਕੇਸ਼ਨ ਵੀ ਰੈਲੇਵੈਂਟ ਹੋਣੀ ਚਾਹੀਦੀ ਹੈ, ਤੁਹਾਡੀ ਆਕੂਪੇਸ਼ਨ ਵੀ ਉਸ ਤੋਂ ਰੈਲੇਵੈਂਟ ਹੋਣੀ ਚਾਹੀਦੀ ਹੈ। ਤੇ ਜੇ ਤੁਸੀਂ ਵਿਦਿਨ ਐਲਬਰਟਾ ਹੀ ਪੜ੍ਹੇ ਹੋ ਦੈਨ ਅਗੇਨ ਯੂ ਨੀਡ ਟੂ ਗੋ ਅਹੈਡ ਐਂਡ ਫਾਈਂਡ ਐਨ ਆਕੂਪੇਸ਼ਨ ਇਨ ਦ ਸੇਮ ਇੰਡਸਟਰੀ, ਠੀਕ ਹੈ, ਅਦਰਵਾਈਜ਼ ਤੁਸੀਂ ਕੁਆਲੀਫਾਈ ਨਹੀਂ ਕਰਦੇ ਹੋ। ਅਗੇਨ ਜਿਵੇਂ ਮੈਂ ਕਹਾਂ ਕਿ 2 ਪ੍ਰੋਗਰਾਮ ਸੀਗੇ, ਸੋ ਫਰਸਟ ਪ੍ਰੋਗਰਾਮ ਆ ਜਾਂਦਾ ਇਹਨਾਂ ਦਾ ਐਲਬਰਟਾ ਓਪਰਚੁਨਿਟੀ ਸਟਰੀਮ। ਇਸ ਦੇ ਅੰਦਰ ਐਨੀਵਨ ਹੂ ਇਜ਼ ਆਊਟਸਾਈਡ ਆਫ ਐਲਬਰਟਾ and who does not have a job offer from an Alberta employer cannot even apply for this. Okay, so they are very straightforward in those terms कि जे ਤੁਹਾਡੇ ਕੋਲ job offer ਹੈ, you can meet the language requirements, you can meet the education requirements, ਠੀਕ ਹੈ, ਤੇ ਤੁਸੀਂ ਆਪਣਾ Alberta opportunity stream ਦੇ ਅੰਦਰ apply ਕਰ ਸਕਦੇ ਹੋ, provided ਤੁਹਾਡੀ education as well as ਤੁਹਾਡਾ ਜਿਹੜਾ offer letter ਹੈ they both are in same field. Okay, then only you can go ahead and apply for it. ਐਲਬਰਟਾ ਦਾ ਕੋਈ ਪੁਆਇੰਟਸ ਗ੍ਰੇਡ ਨਹੀਂ ਹੈ। ਤੁਹਾਡੇ ਕਹਿੰਦੇ ਅਕੋਰਡਿੰਗ ਰੈਲੇਵੈਂਸੀ ਸਾਨੂੰ ਹਰੇਕ ਪੀਐਨਪੀ ਦੇ ਵਿੱਚ ਹੀ ਚਾਹੀਦੀ ਹੈ ਵਿਦ ਯੋਰ ਕੁਆਲੀਫਿਕੇਸ਼ਨ ਐਂਡ ਯੋਰ ਐਕਸਪੀਰੀਅੰਸ। ਹਾਂਜੀ, ਜੇ ਤੁਹਾਡਾ ਪਾਸਟ ਐਕਸਪੀਰੀਅੰਸ ਵੀ ਹੈਗਾ ਕੋਈ ਰਿਹਾ then again that should be relevant to your education, your past education. ਆਲਰਾਈਟ। ਐਂਡ ਐਲਬਰਟਾ ਦੀ ਕੁਝ ਹੋਰ ਤੁਸੀਂ ਪੁਆਇੰਟਰਸ ਜਿਹੜੇ ਸ਼ੇਅਰ ਕਰਨਾ ਚਾਹੁੰਦੇ ਹੋ ਵਿਦ ਅ Sure. ਸੋ ਐਲਬਰਟਾ ਨੇ ਅਪਰੋਕਸੀਮੇਟਲੀ 150 ਕੁਝ ਆਕੂਪੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਸ਼ਾਰਟਲਿਸਟ ਕੀਤਾ ਹੋਇਆ ਹੈ that are excluded occupation. ਸੋ ਤੁਹਾਨੂੰ ਉਸ ਦੇ ਅੰਦਰ ਵੀ ਥੋੜਾ ਜਿਹਾ ਰੈਲੇਵੈਂਸ ਆਪਣੇ ਦੇਖ ਕੇ ਚੱਲਣਾ ਪੈਂਦੀ ਹੈ ਪ੍ਰੋਫਾਈਲ ਦੀ। ਜੇ ਤੁਹਾਡੀ ਆਕੂਪੇਸ਼ਨ ਉਹਨਾਂ ਕਿਸੇ ਇੰਡਸਟਰੀਜ਼ ਤੋਂ ਰਿਲੇਟਡ ਹੈਗੀ ਹੈ ਜਾਂ ਫਿਰ ਉਹ ਵਾਲੇ ਨੌਕ ਕੋਡਸ ਦੇ ਅੰਦਰ ਕੁਆਲੀਫਾਈ ਕਰਦੀ ਹੈ ਤਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ, ਉਹਨਾਂ ਨੇ ਰਿਫਿਊਜ਼ਲ ਦੇ ਦੇਣਾ। they have already strictly mentioned about it. So mostly managerial trades people they are preferred over there. Trades people ज़्यादा हैगे ने कह सकते हो। Hospitality industry ਦੀ ਕਾਫੀ ਡਿਮਾਂਡ ਹੈ। ਮੋਸਟਲੀ ਉਧਰ ਜਿਹੜੀ ਇੰਡਸਟਰੀਜ਼ ਨੇ ਉਹ ਸੀਜ਼ਨਲ ਨੇ, ਜੇਕਰ ਆਪਾਂ ਐਗਰੀਕਲਚਰ ਵਗੈਰਾ ਨੂੰ ਲੈ ਕੇ ਚਲੀਏ, ਫੂਡ ਪ੍ਰੋਸੈਸਿੰਗ ਨੂੰ, ਸੋ ਅਗੇਨ ਜੌਬ ਆਫਰਸ ਮਿਲਨੇ ਵੀ ਥੋੜੇ ਡਿਫਿਕਲਟ ਹੋ ਜਾਂਦੇ ਬਿਕਾਜ਼ ਸੀਜ਼ਨਲ ਜੌਬ ਆਫਰਸ ਦੇ ਡੂ ਨਾਟ ਕੁਆਲੀਫਾਈ ਫॉर ਪੀਐਨਪੀ ਅਗੇਨ, ਠੀਕ ਹੈ। ਬਟ ਯੈਸ ਇਹਨਾਂ ਦੀ ਆਈਐਲਸੀ ਰਿਕੁਆਇਰਮੈਂਟ ਘੱਟ ਹੈਗੀ ਹੈ, CLB4 ਅਗੇਨ there is no points grade, which means ਕਿ ਕੋਈ ਐਸਾ ਪੂਲ ਨਹੀਂ ਹੈ ਜਿਹਦੇ ਅੰਦਰ ਤੁਹਾਡੀ ਫਾਈਲ ਜਾਏਗੀ, you can directly apply for it and based on your eligibility criteria they'll go ahead and shortlist you. ਐਸਾ ਨਹੀਂ ਹੈ ਕਿ ਹਾਂ ਵੀ ਜੇ ਤੁਹਾਡੇ ਕੋਲ ਜੌਬ ਆਫਰ ਹੈ ਤੇ ਤੁਹਾਡੇ 60 ਪੁਆਇੰਟ ਹੀ ਬਣ ਰਹੇ ਤਾਂ 70 ਵਾਲੇ ਨੂੰ ਪਹਿਲਾਂ ਪ੍ਰੈਫਰੈਂਸ ਮਿਲੇਗੀ। ਸੋ ਇਹਦੇ ਅੰਦਰ ਕੋਈ ਪੁਆਇੰਟ ਐਸਾ ਨਹੀਂ ਹੈ, ਇਹਦੇ ਅੰਦਰ ਇਹ ਚੀਜ਼ ਦਾ ਫਾਇਦਾ ਹੋ ਜਾਂਦਾ। ਬਟ ਯੈਸ ਦਿਸ ਡਸ ਟੇਕ longer than required, you can say, ਕਿਉਂਕਿ ਐਲਬਰਟਾ ਦੀ PNP can take anywhere up to like 6 months to 12 months also easily. So basically PNPs are a bit of kind of time consuming process, but the possibilities are good. Yes, the major factor that is difficult in terms of getting a job offer for specific PNP program is कि employer ਦੀ requirements ना काफी ज़्यादा high ਹੁੰਦੀਆਂ ਕਿ ਉਹਨਾਂ ਦੇ ਏਰੀਆ ਦੇ ਅਕੋਰਡਿੰਗ ਉਹਨਾਂ ਨੂੰ ਆਪਣੀ ਜਿਹੜੀ ਸੇਲਸ ਹੈਗੀਆਂ ਜਾਂ ਜੋ ਇਨਕਮ ਹੈ, ਗ੍ਰੋਸ ਇਨਕਮ ਹੈਗੀ ਹੈ, ਉਹ ਕਾਫੀ ਹਾਈ ਦਿਖਾਣੀ ਪੈਂਦੀ ਹੈ। then I also need to have full-time employees who are citizens or PR, again depending on the location the number of the employees also changes. ਸੋ ਇਹ ਸਾਰੇ ਫੈਕਟਰਸ ਨੂੰ ਹਰ EMPLOYER ਦੇ ਵਾਸਤੇ ਮੀਟ ਕਰਨਾ ਯੂਜੂਅਲੀ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਡਿਫਿਕਲਟ ਹੋ ਜਾਂਦਾ ਹੈ। ਸੋ ਦੈਟਸ ਵਾਈ ਫਾਈਂਡਿੰਗ ਐਨ EMPLOYER based on those criteria is difficult. So that means when you are planning to apply for an PNP program, you need an advice from a good migration expert, because ਇਹਦੇ ਵਿੱਚ ਕਾਫੀ ਟੈਕਨੀਕਲਿਟੀਜ਼ ਨੇ ਜਿਹੜੀਆਂ ਤੁਹਾਨੂੰ maybe they may lead to rejection also, because ਜੇ ਤੁਸੀਂ ਉਹਨੂੰ ਬਹੁਤ ਧਿਆਨ ਨਾਲ ਨਹੀਂ ਲੈ ਕੇ ਚੱਲਦੇ। Yes. So see, IRCC ਦੇ ਅਕੋਰਡਿੰਗ ਇੱਕ ਐਪਲੀਕੈਂਟ ਨੂੰ ਰਿਪਰੈਜ਼ੈਂਟੇਟਿਵ ਹਾਇਰ ਕਰਨ ਦੀ ਵੈਸੇ ਕੋਈ ਮੈਂਡੇਟਰੀ ਨਹੀਂ ਰਿਕੁਆਇਰਮੈਂਟ ਹੈ। But as we are already related to the occupation and this profession, ਮੈਂ ਫਿਰ ਵੀ ਪਾਸਟ ਦੇ ਅੰਦਰ ਅਸੀਂ ਦੇਖਿਆ ਹੈ ਕਿ ਬੱਚੇ ਜਿਹੜੇ ਹੈਗੇ ਜਾਂ ਕਲਾਇੰਟਸ ਜਿਹੜੇ ਹੈਗੇ ਨੇ ਆਪਣੇ ਕੈਂਡੀਡੇਟਸ, they go ahead and make very silly mistakes.
ਲਾਈਕ ਉਹਨਾਂ ਦਾ ਫਰਸਟ ਨੇਮ ਲਾਸਟ ਨੇਮ ਪਾਸਪੋਰਟ ਦੇ ਉੱਤੇ ਕੁਝ ਡਿਫਰੈਂਟ ਸੀਗਾ, ਦੇ ਮਾਈਟ ਨਾਟ ਹੈਵ ਐਂਟਰਡ ਦ ਇਨਫੋਰਮੇਸ਼ਨ ਕਰੈਕਟਲੀ। ਸੋ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀ ਕਿ ਵੈਰੀ ਮਾਈਨਿਊਟ ਥਿੰਗਸ ਹੈ, ਠੀਕ ਹੈ, ਉਹਨਾਂ ਨੂੰ ਬੜੀ ਥੋਰਲੀ ਸਟੱਡੀ ਕਰਕੇ ਹੀ ਇੱਕ ਐਪਲੀਕੇਸ਼ਨ ਨੂੰ ਲਗਾਉਣਾ ਚਾਹੀਦਾ ਹੈ। Always, my recommendation is better go for an immigration consultant, a licensed professional, okay, for this terms, or an immigration lawyer, okay, because they have a good understanding about ki jehda law applicable ho reha hai tuadi application de utte, theek hai, us di requirement ki hai। ਤੁਹਾਨੂੰ ਆਨਲਾਈਨ ਗਾਈਡਸ ਦੇ ਅੰਦਰ ਇਹ ਸਭ ਮਿਲ ਜਾਏਗਾ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ, ਤੁਸੀਂ ਕੁਆਲੀਫਾਈ ਕਰ ਸਕਦੇ ਹੋ ਨਹੀਂ ਕਰ ਸਕਦੇ ਹੋ। ਬਟ ਜਦ ਇੱਕ ਵਾਰੀ ਨੋਮੀਨੇਸ਼ਨ ਆ ਜਾਂਦਾ ਹੈ ਜਾਂ ਐਪਲੀਕੇਸ਼ਨ ਦੀ ਸੈਕੰਡ ਸਟੇਜ ਆਉਂਦੀ ਹੈ, ਆਪੇ ਆਬਜ਼ਰਵ ਕੀਤਾ ਹੈ ਕਿ ਗਾਈਡ ਦੇ ਅੰਦਰ ਇਹ ਮੈਂਸ਼ਨ ਨਹੀਂ ਹੁੰਦਾ ਕਿ ਐਡੀਸ਼ਨਲ ਇਨਫੋਰਮੇਸ਼ਨ ਕੋਈ ਗਲਤ ਜੇ ਤੁਸੀਂ ਦੇਤੀ ਤਾਂ ਉਸਦਾ ਇੰਪੈਕਟ ਕੀ ਹੋਏਗਾ ਤੁਹਾਡੀ ਪ੍ਰੋਫਾਈਲ ਦੇ ਉੱਤੇ, ਔਰ ਇਫ ਯੂ ਮਿਸ ਆਊਟ ਔਨ ਸਰਟਨ ਇਨਫੋਰਮੇਸ਼ਨ ਤਾਂ ਉਸਦਾ ਇੰਪੈਕਟ ਕੀ ਹੋਏਗਾ, ਠੀਕ ਹੈ। ਸੋ ਵੀ ਹੈਵ ਆਲਰੇਡੀ ਸੀਨ ਕਿ ਹਾਂ ਵੀ ਬੱਚੇ ਕਈ ਵਾਰੀ ਕੁਝ ਗਲਤੀ ਕਰ ਦਿੰਦੇ ਨੇ, ਕੁਝ ਇਨਫੋਰਮੇਸ਼ਨ ਸ਼ੇਅਰ ਨਹੀਂ ਕਰਦੇ ਜਿਹੜੀ ਕਿ ਐਕਚੁਅਲ ਚ ਬੜੀ ਰੈਲੇਵੈਂਟ ਸੀਗੀ ਡਿਸੀਜਨ ਵਾਸਤੇ। when you do that, you can even go ahead and put yourself through 5 years of ban, okay, from through immigration for Canada. So मेरी recommendation हमेशा यही होती है कि try to go with a immigration professional, a licensed one, so that they know ins and outs, they have a good experience with the profiles, they've already learned from some other people's mistake, you can say, okay. So always go ahead and prefer that. This is a one-time opportunity that you get to achieving a Canadian PR. And my suggestion is better go ahead and be safe than sorry. Okay. Right. So Raghib, thanks for the valuable information on these all PNPs. I believe certain viewers ਦੇ ਕਾਫੀ questions answer ਹੋ ਗਏ ਹੋਣਗੇ, but still ਜੇ ਤੁਹਾਡੇ ਕਿਸੇ ਦੇ ਹੋਰ ਵੀ ਇਸ ਤੋਂ ਇਲਾਵਾ ਕੋਈ questions ਹੈ, ਤੁਸੀਂ ਜਾਂ ਤਾਂ ਸਾਡੇ contact numbers ਜਾਂ ਸਾਨੂੰ email ਕਰ ਸਕਦੇ ਹੋ, or you can mention in the comment in this video. And thanks Anurag again, thanks for the valuable information. And I just want to update my viewers that we are coming on a few more videos in detail on every province. So stay tuned. Thanks Anurag, thanks for your time again. Thank you Bhupinder sir, thank you everyone. Have a good day. Good day.